जे सौ चंदा उगवै सूरज चढ़ै हजार। इते चानण हुंदियां गुर बिन घोर अंधार। सतनाम वाहिगुरु साहिब जीओ। गौड़ी कबीर जी जोत की जात, जात की ज्योति तित लागे। कंचुआ फल मोती कावन सो घर जो निर्भौ रही है। कावन सो घर जो निर्भौ कही है। भौ पज जाए अपै होए रही है। रहाओ तट तीरथ तट तीरथ नहीं मन पत्याए। चार अचार रहे उर्जाए। पाप पुण्य दो एक समान। निज कर पारस तजो गुणयान। कबीर निर्गुण नाम नारोस। इस परचाए परचय बहु एस। कबीर निर्गुण नाम नारोस। इस परचाए परच रहो एस। परम सम्मानयोग जुगो जुग अटल चबर तख्त दे मालक ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕਬੀਰ ਜੀ ਗੌੜੀ ਰਾਗ ਦੇ ਅੰਦਰੋਂ ਕਬੀਰ ਜੀ ਦੀ ਭਗਤ ਬਾਣੀ ਆਪਾਂ ਰੋਜ਼ਾਨਾ ਵਿਚਾਰਦੇ ਹਾਂ ਜੀ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 325। ਆਓ ਗੁਰੂ ਪਿਆਰ ਵਾਲਿਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਇਕਾਗਰਤਾ ਬਣਾਈਏ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਬੀਰ ਜੀ ਦਾ 9 ਨੰਬਰ ਸ਼ਬਦ ਆ ਜੀ ਗੌੜੀ ਰਾਗ ਦੇ ਅੰਦਰ। ਕਬੀਰ ਜੀ ਸ਼ਬਦ ਦਾ ਜਿਹੜਾ ਭਾਵ ਸਾਨੂੰ ਸਮਝਾ ਰਹੇ ਨੇ। ਕਬੀਰ ਜੀ ਕਹਿ ਰਹੇ ਨੇ ਤੀਰਥਾਂ ਉੱਤੇ ਜਾ ਕੇ ਲੋਕ ਪੁੰਨ ਪਾਪ ਆਦਿਕ ਕਰਮਾਂ ਵਿੱਚ ਰੁੱਝੇ ਰਹਿੰਦੇ ਨੇ। ਕੋਈ ਪੁੰਨ ਕਰਦਾ ਕੋਈ ਪਾਪ ਕਰਦਾ। ਮਨ ਨੂੰ ਨਿਰਭੈਤਾ ਇਸ ਤਰ੍ਹਾਂ ਨਹੀਂ ਮਿਲਦੀ। ਤੀਰਥਾਂ ਉੱਤੇ ਜਾ ਕੇ ਪੁੰਨ ਕਰਨਾ ਪਾਪ ਕਰਨਾ, ਕਬੀਰ ਜੀ ਕਹਿੰਦੇ ਇਸ ਤਰ੍ਹਾਂ ਮਨ ਨਿਰਭੈਤਾ ਦੇ ਵਿੱਚ ਨਹੀਂ ਆਉਂਦਾ। ਮਨ ਡਰ ਦੇ ਵਿੱਚੋਂ ਮੁਕਤ ਨਹੀਂ ਹੁੰਦਾ। ਪ੍ਰਭੂ ਦਾ ਇੱਕ ਨਾਮ ਹੀ ਹੈ ਜਿਸ ਵਿੱਚ ਜੁੜੇ ਰਿਹਾ ਮਨ ਅਡੋਲ ਰਹਿੰਦਾ ਹੈ। ਤੇ ਉਹ ਨਾਮ ਮਨੁੱਖ ਦੇ ਅੰਦਰ ਹੀ ਪਿਆ ਹੈ।
बड़ी प्यारी गल आखी। सतगुरु कबीर जी कहते ਜਿਹੜੇ नाम ਨੂੰ ਬਾਹਰੋਂ ਲੱਭਦਾ, ਤੀਰਥਾਂ ਤੋਂ ਲੱਭਦਾ, ਉਹ ਨਾਮ ਰੱਬ ਨੇ, ਵਾਹਿਗੁਰੂ ਨੇ ਤੇਰੇ ਅੰਦਰ ਟਿਕਾ ਦਿੱਤਾ। ਨਾਮ ਤੈਨੂੰ ਕਬੀਰ ਜੀ ਕਹਿੰਦੇ ਅਡੋਲ ਕਰਦਾ, ਨਿਰਭੈਤਾ ਦੇ ਵਿੱਚ ਲੈ ਕੇ ਆਉਂਦਾ ਹੈ। ਰਹਾਉ ਵਾਲਾ ਬੰਦਾ ਜੀ ਇਸ ਸ਼ਬਦ ਦਾ। ਲੜੀਵਾਰ 9 ਨੰਬਰ ਸ਼ਬਦ ਹੈ। ਕਬੀਰ ਜੀ ਕਹਿ ਰਹੇ ਨੇ, ਕਵਨ ਸੋ ਘਰ ਜੋ ਨਿਰਭਉ ਕਹੀ ਹੈ, ਭਉ ਪਜ ਜਾਏ ਅਪੈ ਹੋਏ ਰਹੀ ਹੈ। ਰਹਾਉ ਕਬੀਰ ਜੀ ਕਹਿ ਰਹੇ ਨੇ ਜੀ, ਰਹਾਉ ਵਾਲੇ ਬੰਦੇ ਅੰਦਰ ਕਵਨ ਦਾ ਅਰਥ ਹੁੰਦਾ ਜੀ ਕਿਹੜਾ। ਕਵਨ ਮੀਨਿੰਗ ਕਿਹੜਾ। ਘਰ ਦਾ ਅਰਥ ਆ ਟਿਕਾਣਾ। ਨਿਰਭਉ ਦਾ ਅਰਥ ਆ ਡਰ ਤੋਂ ਖਲਾਸੀ ਵਾਲਾ ਘਰ, ਜਿੱਥੇ ਕੋਈ ਡਰ ਨਹੀਂ ਲੱਗਦਾ। ਭੱਜ ਜਾਏ ਦੂਰ ਹੋ ਜਾਏ। ਅਪੈ ਦਾ ਅਰਥ ਹੈ ਨਿਡਰ ਹੋ ਜਾਣਾ, ਡਰ ਤੋਂ ਰਹਿਤ ਹੋ ਜਾਣਾ। ਕਬੀਰ ਜੀ ਰਹਾਉ ਵਾਲੇ ਬੰਦੇ ਅੰਦਰ ਸਾਡੇ ਸਾਹਮਣੇ ਬਹੁਤ ਪਿਆਰੀ ਵਿਚਾਰ ਰੱਖ ਰਹੇ ਨੇ। ਕਬੀਰ ਜੀ ਕਹਿ ਰਹੇ ਨੇ, ਉਹ ਕਿਹੜੀ ਥਾਂ ਹੈ, ਉਹ ਕਿਹੜਾ ਥਾਂ ਹੈ ਜੋ ਡਰ ਤੋਂ ਮੁਕਤ ਕਰਦਾ, ਸਾਨੂੰ ਡਰਾਂ ਤੋਂ ਖਲਾਸੀ ਮਿਲ ਜਾਂਦੀ ਹੈ, ਜਿੱਥੇ ਰਹਿਆ ਹਿਰਦੇ ਦਾ ਡਰ ਦੂਰ ਹੋ ਸਕਦਾ ਹੈ, ਜਿੱਥੇ ਨਿਡਰ ਹੋ ਕੇ ਰਹਿ ਸਕੀਦਾ ਹੈ। ਹੁਣ ਇੱਥੇ ਬੜੀ ਪਿਆਰੀ ਵਿਚਾਰ ਦਿੱਤੀ ਮਹਾਰਾਜ ਨੇ। ਸਭ ਤੋਂ ਪਹਿਲਾਂ ਤਾਂ ਮਹਾਰਾਜ ਕਹਿੰਦੇ, ਕਵਨ ਸੋ ਘਰ ਜੋ ਨਿਰਭਉ ਕਹੀ ਹੈ। ਨਿਰਭਉ ਦਾ ਅਰਥ ਹੈ ਜੀ ਡਰ ਤੋਂ ਰਹਿਤ। ਸਾਡਾ ਆਪਾ ਸਬਰ ਜਾਵੇ, ਅਸੀਂ ਆਪ ਡਰ ਤੋਂ ਰਹਿਤ ਹੋ ਜਾਈਏ, ਬਹੁਤ ਜ਼ਰੂਰੀ ਹੈ। ਬਾਣੀ ਦਾ ਆਪਾਂ ਵਚਨ ਰੋਜ਼ਾਨਾ ਪੜ੍ਹਦੇ ਹਾਂ ਜੀ, ਸੋਦਰ ਬਾਣੀ ਵਿੱਚ। ਗੁਰੂ ਕੀ ਬਾਣੀ ਸਾਨੂੰ ਡਰ ਤੋਂ ਰਹਿਤ ਕਰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਡਰਦੇ ਪ੍ਰਥਾਏ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਭੈ ਕਾਹੂ ਕੋ ਦੇਤ ਨੈ, ਨਹਿ ਭੈ ਮਾਨਤ ਆਨ। ਸਿੱਖ ਕਿਹੋ ਜਿਹਾ ਹੁੰਦਾ ਹੈ? ਨਾ ਸਿੱਖ ਡਰਦਾ, ਨਾ ਕਿਸੇ ਨੂੰ ਡਰਾਉਂਦਾ। ਜੇ ਅਸੀਂ ਦੁਨਿਆਵੀ ਤੌਰ ਤੇ ਵਿਚਰਾਂਗੇ, ਸਮਾਜ ਅੰਦਰ ਕਿਹੜਾ ਡਰ ਹੈ, ਕਿਹੜੇ ਡਰ ਦੇ ਅਧੀਨ ਅਸੀਂ ਰਹਿ ਰਹੇ ਹਾਂ? ਸਭ ਤੋਂ ਵੱਡਾ ਡਰ ਹੈ ਜੀ ਜਦੋਂ ਮਨ ਭਰਮ ਦੇ ਵਿੱਚ ਪੈ ਜਾਂਦਾ, ਵਹਿਮ ਦੇ ਵਿੱਚ ਪੈ ਜਾਂਦਾ, ਬਹੁਤ ਤਰ੍ਹਾਂ ਦਾ ਡਰ ਪੈਦਾ ਹੁੰਦਾ ਹੈ। ਤੁਸੀਂ ਪਰਿਵਾਰਕ ਤੌਰ ਤੇ ਕੋਈ ਗੱਲ ਕਰਕੇ ਵੇਖ ਲਓ, ਪਰਿਵਾਰਾਂ ਦੇ ਵਿੱਚ ਆਮ ਅਕਸਰ ਗੱਲਾਂ ਚੱਲਦੀਆਂ ਨੇ, ਪਿੱਛੋਂ ਆਵਾਜ਼ ਮਾਰ ਲੇ ਫਿਰ ਵੀ ਸਾਨੂੰ ਡਰ ਲੱਗਦਾ, ਮੇਰਾ ਕੰਮ ਨਹੀਂ ਬਣਨਾ, ਮੇਰਾ ਕਾਰਜ ਨਹੀਂ ਬਣਨਾ। ਨਿੱਕੀ ਨਿੱਕੀ ਗੱਲ ਦਾ ਡਰ, ਵਹਿਮ ਸਾਡੇ ਪਰਿਵਾਰਾਂ ਵਿੱਚ ਆ ਗਿਆ। ਕਬੀਰ ਜੀ ਕਹਿੰਦੇ, ਇਹ ਡਰ, ਇਹ ਵਹਿਮ ਅੰਦਰੋਂ ਕੱਢ ਦੇ। ਕਬੀਰ ਜੀ ਕਹਿ ਰਹੇ ਨੇ, ਉਹ ਕਿਹੜਾ ਘਰ ਹੈ ਜਿੱਥੇ ਨਿਰਭਉ ਹੋ ਜਾਈਦਾ, ਜਿੱਥੇ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ, ਡਰਾਂ ਤੋਂ ਮਨ ਮੁਕਤ ਹੋ ਜਾਂਦਾ ਹੈ, ਨਿਰਲੇਪ ਹੋ ਜਾਂਦਾ, ਅਡੋਲਤਾ ਦੇ ਵਿੱਚ ਆ ਜਾਂਦਾ ਹੈ। ਅੱਗੇ ਕਬੀਰ ਜੀ ਕਹਿੰਦੇ, ਭਉ ਭਜ ਜਾਏ ਅਪੈ ਹੋਏ ਰਹੀ ਹੈ। ਉਸ ਮਾਲਕ ਦਾ ਨਾਮ ਜਪ ਕੇ ਪਾਤਸ਼ਾਹ ਜੀ ਕਹਿ ਰਹੇ ਨੇ, ਅੰਦਰ ਦੇ ਡਰ ਨੂੰ ਦੂਰ ਕਰਨ ਲਈ ਉਹਨੂੰ ਜਪ ਕੇ, ਉਹਨੂੰ ਯਾਦ ਕਰਕੇ, ਤਾਂ ਸਾਡਾ ਮਨ ਨਿਰਭਉ ਹੋ ਜਾਂਦਾ ਹੈ, ਡਰ ਤੋਂ ਰਹਿਤ ਹੋ ਜਾਂਦਾ। ਨਹੀਂ ਤਾਂ ਅਸੀਂ ਡਰੇ ਹੋਏ ਹਾਂ, ਘਬਰਾਏ ਹੋਏ ਹਾਂ। ਕਬੀਰ ਜੀ ਦਾ ਜਿਹੜਾ ਪਹਿਲਾ ਬੰਦਾ ਜੀ, ਕਿੱਥੇ ਉਹ ਮਾਲਕ ਰਹਿੰਦਾ ਹੈ, ਕਿਹੜੇ ਘਰ ਵਿੱਚ ਉਹ ਵਸਿਆ ਹੋਇਆ? ਕਬੀਰ ਜੀ ਪਹਿਲੇ ਬੰਦੇ ਅੰਦਰ ਕਹਿ ਰਹੇ ਨੇ, ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਜੋਤ ਦਾ ਅਰਥ ਹੁੰਦਾ ਜੀ ਰੱਬੀ ਨੂਰ, ਪ੍ਰਮਾਤਮਾ ਦੀ ਜੋਤ। ਕੀ ਦਾ ਅਰਥ ਹੈ ਬਣਾਈ ਹੋਈ। ਜਾਤ ਦਾ ਅਰਥ ਹੈ ਜਾਤ, ਪੈਦਾਇਸ਼, ਸ੍ਰਿਸ਼ਟੀ। ਜਾਤ ਕੀ ਜੋਤ ਦਾ ਅਰਥ ਹੈ ਸ੍ਰਿਸ਼ਟੀ ਦੇ ਜੀਵਾਂ ਦੀ ਬੁੱਧ। ਸਤਿਗੁਰੂ ਕਬੀਰ ਜੀ ਇਸ ਪਹਿਲੇ ਬੰਦ ਅੰਦਰ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ, ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਨਾ ਜਿਹੜੀ, ਇਹ ਸਾਰੀ ਸ੍ਰਿਸ਼ਟੀ ਜੀਵਾਂ ਦੀ ਜੋ ਬੁੱਧ ਹੈ, ਉਸ ਨੂੰ
ਕੱਚ ਤੇ ਮੋਤੀ ਫਲ ਲੱਗੇ ਹੋਏ ਹਨ। ਭਾਵ ਕੋਈ ਭਲੇ ਪਾਸੇ ਲੱਗਿਆ ਹੋਇਆ ਹੈ, ਕੋਈ ਮੰਦੇ ਪਾਸੇ ਲੱਗਿਆ ਹੋਇਆ ਹੈ। ਸਤਿਗੁਰ ਕਬੀਰ ਜੀ ਕਹਿ ਰਹੇ ਨੇ ਆ ਜਿਤਨੀ ਸ੍ਰਿਸ਼ਟੀ ਹੈ ਨਾ, ਇਹ ਸਭ ਪਰਮਾਤਮਾ ਦੀ ਬਣਾਈ ਹੈ। ਕਬੀਰ ਜੀ ਨੇ ਉਦਾਹਰਨਾਂ ਬਹੁਤ ਦਿੱਤੀਆਂ ਜੀ ਬਾਣੀ ਅੰਦਰ। ਕਬੀਰ ਜੀ ਨੇ ਇੱਕ ਉਦਾਹਰਨ ਦਿੱਤੀ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਦੀ। ਕਬੀਰ ਜੀ ਕਹਿੰਦੇ ਜਦੋਂ ਮਿੱਟੀ ਨੂੰ ਗੁੰਨਿਆ ਜਾਂਦਾ ਨਾ, ਇੱਕ ਮਿੱਟੀ ਦੇ ਕਿੰਨੇ ਤਰ੍ਹਾਂ ਦੇ ਭਾਂਡੇ ਬਣਾਏ ਜਾਂਦੇ ਨੇ। ਕੋਈ ਭਾਂਡਾ ਛੋਟਾ ਬਣਾ ਦਿੱਤਾ, ਕੋਈ ਭਾਂਡਾ ਵੱਡਾ ਬਣਾ ਦਿੱਤਾ, ਕਿਸੇ ਦਾ ਆਕਾਰ ਕਿਵੇਂ ਬਣਾ ਦਿੱਤਾ। ਕਬੀਰ ਜੀ ਕਹਿੰਦੇ ਘੁਮਾਰ ਹੈ ਇੱਕ ਹੈ ਮਾਟੀ ਗੁੰਦੀ ਦਾ ਅਰਥ ਹੁੰਦਾ ਗੁੰਨ ਕੇ। ਬਹੁ ਬਿਧ ਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਕਬੀਰ ਜੀ ਕਹਿੰਦੇ ਉਹਨਾਂ ਭਾਂਡਿਆਂ ਦੇ ਵਿੱਚ ਕਈ ਲੋਕ ਨਾ ਜਿਹੜੇ ਮਿੱਟੀ ਦੇ ਪੁਰਾਤਨ ਸਮਾਂ ਹੁੰਦਾ ਸੀ ਜੀ, ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿੰਨਾ ਵੀ ਸਾਡਾ ਸਮਾਨ ਸੀ ਨਾ, ਘਰ ਦਾ ਰਸੋਈ ਦਾ ਸਮਾਨ ਕਹਿ ਲਓ, ਘਰ ਦਾ ਸਮਾਨ ਕਹਿ ਲਓ, ਅੱਜ ਵੀ ਤੁਸੀਂ ਜਾਓਗੇ ਨਾ ਕਈ ਘਰਾਂ ਵਿੱਚ ਮਾਤਾਵਾਂ ਭੈਣਾਂ ਨੇ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ। ਪੁਰਾਣੀਆਂ ਚੀਜ਼ਾਂ ਸਾਡੇ ਵੱਡੇ ਵਡੇਰਿਆਂ ਦੀਆਂ ਜਿਹੜੇ ਉਹ ਵਰਤਦੇ ਸੀ, ਉਹ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੋਇਆ। ਚੰਗੀ ਗੱਲ ਹੈ, ਸਾਂਭਣਾ ਚਾਹੀਦਾ। ਕਬੀਰ ਜੀ ਨੇ ਬੜੀ ਕਮਾਲ ਦੀ ਉਦਾਹਰਨ ਦਿੱਤੀ। ਘੁਮਾਰ ਮਿੱਟੀ ਨੂੰ ਜਦੋਂ ਗੁੰਨਦਾ ਨਾ, ਉਸ ਮਿੱਟੀ ਦੇ ਬਹੁਤ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਕਈ ਭਾਂਡਿਆਂ ਦੇ ਵਿੱਚ ਉਹਨਾਂ ਸਮਿਆਂ ਅੰਦਰ ਹੀਰੇ ਮੋਤੀ ਵੀ ਸਾਂਭ ਕੇ ਰੱਖੇ ਜਾਂਦੇ ਸੀ। ਭਾਂਡਿਆਂ ਦੇ ਵਿੱਚ ਹੀਰੇ ਮੋਤੀਆਂ ਨੂੰ ਸਾਂਭ ਕੇ ਰੱਖਿਆ ਜਾਂਦਾ ਸੀ। ਕੀਮਤੀ ਚੀਜ਼ਾਂ ਪਾ ਕੇ ਰੱਖੀਆਂ ਜਾਂਦੀਆਂ ਸੀ। ਦੁੱਧ ਵੀ ਸਾਂਭ ਕੇ ਰੱਖਿਆ ਜਾਂਦਾ ਸੀ ਮਿੱਟੀ ਦੇ ਭਾਂਡਿਆਂ ਦੇ ਵਿੱਚ। ਕਬੀਰ ਜੀ ਕਹਿੰਦੇ ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਅਤੇ ਉਹਨਾਂ ਭਾਂਡਿਆਂ ਦੇ ਵਿੱਚ ਕੋਈ ਨਸ਼ਾ ਵੀ ਪਾ ਕੇ ਰੱਖਦਾ ਸੀ, ਨਸ਼ੀਲੇ ਪਦਾਰਥ। ਵੇਖੋ ਕਬੀਰ ਜੀ ਕਹਿੰਦੇ ਮਿੱਟੀ ਤਾਂ ਇੱਕੋ ਹੀ ਆ ਨਾ, ਇੱਕੋ ਮਿੱਟੀ ਦੇ ਭਾਂਡੇ ਬਣੇ ਹੋਏ ਨੇ। ਇਹਨਾਂ ਭਾਂਡਿਆਂ ਦੇ ਵਿੱਚ ਕੋਈ ਚੰਗਾ ਪਦਾਰਥ ਪਾ ਲੈਂਦਾ, ਕੋਈ ਮੰਦਾ ਪਦਾਰਥ ਪਾ ਲੈਂਦਾ। ਇਹਨਾਂ ਭਾਂਡਿਆਂ ਦੇ ਵਿੱਚ ਕੋਈ ਚੰਗਾ ਪਦਾਰਥ, ਹੁਣ ਇੱਥੇ ਘੁਮਿਆਰ ਦਾ ਅਰਥ ਪਤਾ ਕੀ ਹੈ? ਘੁਮਿਆਰ ਜਦੋਂ ਭਾਵ ਨੂੰ ਪੜਾਂਗੇ, ਇੱਥੇ ਰੱਬ ਨੂੰ ਘੁਮਿਆਰ ਕਿਹਾ ਜੋ ਸਾਰਿਆਂ ਨੂੰ ਘੜਨ ਵਾਲਾ, ਬਣਾਉਣ ਵਾਲਾ ਹੈ। ਸਤਿਗੁਰੂ ਕਬੀਰ ਜੀ ਕਹਿੰਦੇ ਇੱਥੇ ਸ਼ਬਦ ਵਿੱਚ ਵੀ ਕਹਿ ਰਹੇ ਨੇ, ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੈ ਕੰਚੂਆ ਫਲ ਮੋਤੀ। ਕਬੀਰ ਜੀ ਕਹਿ ਰਹੇ ਨੇ ਇਹ ਜਿਹੜੇ ਇੱਥੇ ਉਦਾਹਰਨ ਵਰਤੀ ਇੱਕ ਮਿੱਟੀ ਦੇ ਭਾਂਡੇ ਦੀ। ਕਬੀਰ ਜੀ ਕਹਿੰਦੇ ਸਰੀਰ ਇੱਕ ਮਿੱਟੀ ਦਾ ਭਾਂਡਾ ਹੈ। ਸਾਡਾ ਸਰੀਰ ਆ ਨਾ ਜਿਹੜਾ, ਇਹ ਵੀ ਇੱਕ ਮਿੱਟੀ ਦਾ ਭਾਂਡਾ ਹੈ। ਇਸ ਮਿੱਟੀ ਦੇ ਭਾਂਡੇ ਵਿੱਚ ਕੋਈ ਰੱਬ ਦਾ ਨਾਮ ਪਾ ਲੈਂਦਾ ਹੈ, ਰੱਬ ਦਾ ਨਾਮ ਟਿਕਾ ਲੈਂਦਾ ਹੈ। ਕੋਈ ਇਸ ਮਿੱਟੀ ਦੇ ਭਾਂਡੇ ਅੰਦਰ, ਕੱਚੀ ਘੜੇ ਅੰਦਰ ਕੋਈ ਨਸ਼ੀਲਾ ਪਦਾਰਥ ਵੀ ਪਾ ਲੈਂਦਾ ਹੈ। ਉਸ ਪ੍ਰਮਾਤਮਾ ਨੇ ਭਾਂਡੇ ਇੱਕੋ ਜਿਹੇ ਬਣਾਏ ਨੇ। ਦੁਨੀਆ, ਇਨਸਾਨ ਸਭ ਇੱਕੋ ਜਿਹੇ ਬਣਾਏ ਨੇ। ਆਜ਼ਾਦ ਬਰਾਦਰੀਆਂ, ਵੱਡਾ ਛੋਟਾ, ਇਹ ਤਾਂ ਅਸੀਂ ਪਰਖਦੇ ਹਾਂ। ਜਿਹਨੂੰ ਗੁਰਮਤਿ ਬਾਰੇ ਪਤਾ ਨਹੀਂ ਹੁੰਦਾ, ਚਾਹੇ ਤਾਂ ਮਨੁ ਸਮਰਤੀ ਦੀ ਦੇਣ ਆ, ਵਰਨ ਵੰਡ ਜਿਹੜੀ ਕਰ ਦਿੱਤੀ। ਪਰ ਕਬੀਰ ਜੀ ਇਹਨਾਂ ਚੀਜ਼ਾਂ ਵਿੱਚੋਂ ਕੱਢ ਕਹਿ ਰਹੇ ਨੇ, ਭਾਈ ਰੱਬ ਦੀ ਜੋਤ ਸਾਰਿਆਂ ਵਿੱਚ ਜਗ ਰਹੀ ਹੈ। ਇੱਥੇ ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਸਭ ਬਰਾਬਰ ਨੇ, ਇਕਸਾਰ ਨੇ। ਜਾਤ ਜੋਤ ਕੀ ਜਾਤ, ਜਾਤ ਕੀ ਜੋਤੀ, ਸਾਰਿਆਂ ਅੰਦਰ ਉਸ ਰੱਬ ਦੀ ਰੱਬੀ ਨੂਰ ਜਗ ਰਿਹਾ, ਜੋਤ ਜਗ ਰਹੀ ਹੈ। ਤਿਤ ਲਾਗੈ ਕੰਚੂਆ ਫਲ ਮੋਤੀ। ਕਬੀਰ ਜੀ ਕਹਿ ਰਹੇ ਨੇ ਕਈ ਲੋਕ ਇਸ ਭਾਂਡੇ ਵਿੱਚ, ਇਸ ਬੁੱਧ ਵਿੱਚ ਗੁਰੂ ਦਾ ਗਿਆਨ ਪਾ ਲੈਂਦੇ ਨੇ, ਕਈ ਨਹੀਂ ਪਾਉਂਦੇ। ਅਗਲਾ ਜਿਹੜਾ ਵਚਨ ਹੈ ਜੀ 2 ਨੰਬਰ ਬੰਦਾ ਹੈ, ਤਟ ਤੀਰਥ ਨਹੀਂ ਮਨ ਪਤਿਆਏ, ਚਾਰ ਅਚਾਰ ਰਹੇ ਉਰਜਾਏ। ਤਟ ਦਾ ਅਰਥ ਕੀ ਹੁੰਦਾ ਜੀ? ਤਟ ਕੰਢਾ, ਨਦੀ ਦਾ ਕੰਢਾ, ਸਮੁੰਦਰ ਦਾ ਕੰਢਾ, ਤੀਰਥ ਦਾ ਕੰਢਾ। ਕਬੀਰ ਜੀ ਕਹਿੰਦੇ ਕਈ ਲੋਕ ਤੀਰਥਾਂ ਤੇ ਜਾ ਕੇ ਮਨ ਨੂੰ ਪਤਿਆਉਂਦੇ ਨੇ, ਮਨ ਨੂੰ ਵਸ ਵਿੱਚ ਕਰਦੇ ਨੇ, ਪਰ ਮਨ ਵਸ ਵਿੱਚ ਨਹੀਂ ਆਉਂਦਾ। ਸਤਿਗੁਰੂ ਜੀ ਦਾ ਵਚਨ ਹੈ ਜੀ ਬਾਣੀ ਅੰਦਰ,
तीर्थ जाओ तो हों हों करते पंडित पूछो माया राते। सतगुर महाराज कहते जे मैं तीर्थां वालियां दा हाल वेखदा ना, उन्हां विच भी मैं बड़ी हुई है, मैं इन्ने इशनान कर ले, मैं इन्ने वार तीर्थ उत्ते जा आया। महाराज कहते, पातशाह जी कहते, उतारनी तां मैल सी अपने अंदर दी, मैल उतारी नहीं, मैल इकट्ठी करी जांदा है, हंकार विच मत्या होया। तीर्थ जाओ तो हों हों करते पंडित पूछो माया रते। सतगुरु कबीर जी इत्थे कह रहे ने पावन पवित्र बचन अंदर, जिहड़ा आपां 2 नंबर बंद विचार रहे हैं जी, 2 नंबर बंद अंदर कह रहे ने, किसी पवित्र नदी के कंढे या तीर्थ ते जाके मन थावे नहीं आउंदा, मन टिकाणे विच नहीं हुंदा, उत्थे लोग पुन पाप विच रुझे पए हुंदे ने। लोग महाराज कहंदे, कबीर जी कहंदे, तीर्थां उत्ते जाके भी पुण्य भी करते हैं, पाप भी करते हैं। पुण्य तो करते ने, नाल पाप भी करते हैं, क्योंकि पाप की हुंदा जी, किसी प्रति माड़ा सोचना भी बहुत बड़ा पाप है। किसी प्रति माड़ा सोचना, किसी का माड़ा करना, ये पाप है। इस पाप तो कबीर जी मुक्त करते हैं। कबीर जी कहते, भाई चलिया तो है तीर्थ उत्ते, पर अंदर का खोट नहीं तू दूर करया। बाणी का एक बचन होंदा जी, बाणी ने अंदर महाराज ने क्यों ये गल्लां आखियां, नहावन चले तीर्थी मन खोटे तन चोर, एक भौ लत्थी नहातियां दोए पचड़ी सोर, बाहर धोती तुंबड़ी अंदर बिसन खोर। महाराज कहते इस बंदे की हालत पता किहो जी होगी, कौड़ तुम्बे वर्गी हालत बन गई। कौड़ तुम्बा आपां सारिਆਂ ने वेखिआ, कौड़ तुम्बे नूं तुसीं भावें चाहणी विच डुबो के रख दो, ਉਹਦੇ अंदर कदे मिठास नहीं आउंदी। कुदरत ਵੱਲੋਂ, रब ਵੱਲੋਂ, वाहिगुरू ਵੱਲੋਂ, क्योंकि ਉਹਦੇ ਚ कड़त्तण पाई हुई है। जे को आखे मैं कौड़ तुम्बे नूं मिठा करांगा, ये साडा भरम है ना। ਅਸੀਂ कौड़ तुम्बे नूं किवें मिठा करांगे, ਉਹ ਤਾਂ है कौड़ा। सतगुरु जी कह रहे हैं बाणी अंदर, बंदे की हालत भी इस तरह की है, ਜਿਹੜਾ ਬੰਦਾ अंदरों ਕੁੜੱਤਣ ਲਈ ਫਿਰਦਾ है, अंदरों कौड़ापना ਜਿਹਦੇ अपने सुभाਅ ਨੂੰ बदलना नहीं चाहता, अपने आप ਨੂੰ चेंज नहीं करना चाहता, सतगुरु जी कहते भावें किन्ने मर्जी इशनान कर लै, 8 तीर्थ जे नहावें उतरै नाही मैल, भावें 68 तीर्थां ਦਾ इशनान कर लै, तेरी हालत कौड़ तुम्हें वर्गी है। तैनू भावें किन्ना कोई बाणी का पाठ सुना दे, किन्नियां कोई तेरे कोल गुरमत दीयां गल्लां करी जावे, बाणी तेरे कोल कोई पढ़ी जावे, पर तेरी सेहत उत्ते असर नहीं पैंदा, क्योंकि कौड़ तुमा हमेशा कौड़ा ही रहिंदा है। सतगुरु महाराज ने एक बड़ी प्यारी गल क्यों आखी, क्यों महाराज पातशाह जी क्यों कह रहे हैं, क्योंकि उन्होंने समय अंदर लोग इस तरह का करते सी, अज भी भावें करते हैं। पातशाह जी कह रहे हैं, नहावन चले तीर्थी मन खोटे तन चोर, मन भी खोटा तन भी चोरियां करता है। बाहर धोती तुमड़ी, बाहरों धो लिया शरीर नूं, बाहरों धो लिया, अंदर दी जहर, अंदर दी कुड़त्तन हाले तक लाई नहीं है। एक वापरदा जी बहुत थावां ते हुंदा ही है अक्सर। सतगुरु दी बाणी आ ना जिहड़ी, गुरु ग्रंथ साहब महाराज ने साडे सारिਆਂ ਦੇ ਸਾਂਝੇ रहबर, ये अंदर दी मैल उतारदे ने। गुरु अंदर दे रोगां नूं बुझदा है, अंदर दे रोगां नूं कटदा है, पर जदों अंदर दा इलाज हो गया ना, फिर बाहर दा इलाज आप ही हो जाना। अखां भी ठीक हो जाणगीਆਂ, ਕੰਨ भी ठीक हो जाणगे, साडी जबान ठीक हो जाऊगी। सब तो वध जे लोड़ है आ इस चंदरे मन नूं साफ करन दी लोड़ है, जिहदे बारे बाणी कहंदी, इस मन को जन्म जन्म की मल लागी। क्यों कहा महाराज ने, इस मन को जन्म जन्म की मल लागी, काला हुआ शिया। जिथे धुआं पई जावे ना लगातार, धुएं नाल कालख पैदा हो जाती है, कंधां कालियां हो जांदियां ने। सतगुरु महाराज कहंदे इस मन नूं भी काला करता माया दी मैल ने, इस मन नूं भी विकारां विच गलतान करता माया दी मैल ने। इस करके ये मन काला हो गया।
ਇਹਦੀ ਮੈਲ ਉਤਾਰਨ ਦਾ ਇੱਕੋ ਤਰੀਕਾ ਸਤਿਗੁਰ ਦੀ ਬਾਣੀ। ਇੱਥੇ ਅਗਲਾ ਜਿਹੜਾ ਆਪਾਂ ਬਚਨ ਵਿਚਾਰ ਰਹੇ ਸੀ ਜੀ, ਸਤਿਗੁਰੂ ਕਬੀਰ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਚਨ ਅੰਦਰ, ਤਟ ਤੀਰਥ ਨਹੀਂ ਮਨ ਪਤਿਆਏ, ਚਾਰ ਆਚਾਰ ਰਹੇ ਉਰਝਾਏ। ਪੁੰਨ ਤੇ ਪਾਪ ਦੇ ਵਿੱਚ ਉਰਝਿਆ ਹੋਇਆ, ਤੀਰਥਾਂ ਤੇ ਵੀ ਜਾ ਕੇ, ਨਦੀਆਂ ਦੇ ਕੰਢੇ ਤੇ ਵੀ ਬਹਿ ਕੇ ਮਨ ਟਿਕਾ ਵਿੱਚ ਨਹੀਂ ਹੈ। ਅੱਗੇ ਸਤਿਗੁਰੂ ਜੀ ਕਹਿੰਦੇ, ਪਾਪ ਪੁੰਨ ਦੋਇ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣ ਆਨ। ਪਾਪ ਤੇ ਪੁੰਨ ਸਤਿਗੁਰੂ ਜੀ ਕਹਿ ਰਹੇ ਨੇ, ਸਤਿਗੁਰ ਮਹਾਰਾਜ ਏਕ ਸਮਾਨ ਦਾ ਅਰਥ ਇੱਕੋ ਜਿਹੇ ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿੱਚ ਰੱਖਦੇ ਨੇ। ਪਾਪ ਤੇ ਪੁੰਨ ਇੱਕੋ ਜਿਹੇ ਕਿਉਂ ਕਿਹਾ? ਬੰਦਾ ਪੁੰਨ ਕਰਦਾ, ਪੁੰਨ ਕਰਕੇ ਵੀ ਬੰਦਾ ਬਹੁਤ ਕੁਝ ਮੰਗਦਾ ਹੈ। ਪਾਪ ਕਰਦਾ ਬੰਦਾ, ਕਿਸੇ ਦਾ ਮਾੜਾ ਸੋਚਦਾ ਹੈ, ਉਦੋਂ ਵੀ ਬੰਦਾ ਸਵਾਰਥੀ ਹੁੰਦਾ ਹੈ। ਪੁੰਨ ਕਰਨ ਲੱਗਿਆ ਵੀ ਸਵਾਰਥੀ ਹੈ, ਕਿਉਂਕਿ ਸਾਡੀ ਡਿਮਾਂਡ ਹੁੰਦੀ ਆ, ਜੇ ਮੈਂ ਇੰਨਾ ਦਾਨ ਕਰਿਆ ਨਾ ਵਾਹਿਗੁਰੂ ਤੂੰ ਮੈਨੂੰ ਦੁੱਗਣਾ ਕਰ। ਗੁਰੂ ਨਾਲ ਸੌਦੇਬਾਜ਼ੀ ਨਹੀਂ ਚੱਲਿਆ ਕਰਦੀ। ਇੱਥੇ ਤਾਂ ਮਹਾਰਾਜ ਕੋਲੋਂ ਮੰਗੀਏ, ਜੇ ਨਾ ਮੰਗੀਏ, ਨਿਮਰਤਾ ਮੰਗੀਏ, ਧੀਰਜ ਟਿਕਾ ਮੰਗੀਏ, ਅਸੀਂ ਗੁਰੂ ਨਾਲ ਸੌਦੇਬਾਜ਼ੀ ਕਰਕੇ ਬਹਿ ਗਏ ਹਾਂ। ਮਹਾਰਾਜ ਜੇ ਤੈਨੂੰ ਇੰਨਾ ਦਿੱਤਾ ਨਾ, ਮੈਨੂੰ ਇੰਨਾ ਕਰ, ਇੰਨਾ ਦੇ। ਇਹ ਦੱਸਣ ਦੀ ਲੋੜ ਨਹੀਂ ਪੈਂਦੀ। ਸੱਚੇ ਮਨ ਨਾਲ ਦਾਨ ਕਰੇਗਾ ਨਾ, ਸੱਚੇ ਮਨ ਨਾਲ ਪੁੰਨ ਕਰੇਗਾ, ਗੁਰੂ ਨੇ ਤੇਰੇ ਘਰ ਵਿੱਚ ਟੋਟਾ ਨਹੀਂ ਰਹਿਣ ਦੇਣਾ। ਗੁਰੂ ਨੇ ਕਿਉਂ ਕਿਹਾ ਇੱਕ ਸਮਾਨ ਨੇ? ਕਿਉਂਕਿ ਬੰਦਾ ਵਾਸ਼ਨਾ ਤੋਂ ਰਹਿਤ ਨਹੀਂ ਹੁੰਦਾ। ਪੁੰਨ ਵੀ ਕਰਦਾ, ਪਾਪ ਵੀ ਕਰਦਾ, ਵਾਸ਼ਨਾ ਦੇ ਅਧੀਨ ਕਰਦਾ। ਮਨ ਦੀਆਂ ਵਾਸ਼ਨਾਵਾਂ ਬਹੁਤ ਨੇ, ਮਨ ਬਹੁਤ ਕੁਝ ਲੋਚਦਾ ਹੈ। ਅੱਗੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਨਿਜ ਘਰ ਪਾਰਸ ਤਜੋ ਗੁਣਿਆਨ। ਆਪਣੇ ਨਿਜ ਘਰ ਦੀ ਪਛਾਣ ਕਰ। ਉਹ ਮਾਲਕ ਵਾਹਿਗੁਰੂ ਨਿਜ ਘਰ ਦੇ ਵਿੱਚ ਰਹਿੰਦਾ ਹੈ, ਨਿਜ ਘਰ ਦੇ ਵਿੱਚ ਬੈਠਾ ਹੈ। ਉਹ ਪਾਰਸ ਹੈ, ਸਤਿਗੁਰੂ ਪਾਰਸ ਹੈ। ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਸਤਿਗੁਰੂ ਪਾਰਸ। ਇਸ ਲੋਹੇ ਮਨ ਨੂੰ ਸੋਨਾ ਬਣਾ ਦੂ ਸਤਿਗੁਰੂ ਪਾਰਸ। ਅੱਗੇ ਮਹਾਰਾਜ ਕਹਿ ਰਹੇ ਨੇ, ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰ ਚਰੋ ਏਸ। ਅਖੀਰ ਦੇ ਵਿੱਚ ਕਬੀਰ ਜੀ ਕਹਿ ਰਹੇ ਨੇ, ਭਗਤ ਕਬੀਰ ਜੀ ਕਹਿ ਰਹੇ ਨੇ, ਹੇ ਕਬੀਰ, ਮਾਇਆ ਦੇ ਮੋਹ ਤੋਂ ਉੱਚਾ ਪ੍ਰਭੂ ਦਾ ਨਾਮ, ਉਸ ਮਾਲਕ ਪਰਮਾਤਮਾ ਦੇ ਨਾਮ ਨੂੰ ਨਾ ਭੁਲਾ। ਆਪਣੇ ਮਨ ਨੂੰ ਨਾਮ ਜਪਣ ਦੇ ਆਹਾਰੇ ਲਾ ਕੇ, ਆਪਣੇ ਮਨ ਨੂੰ ਨਾਮ ਦੇ ਵਿੱਚ ਰੁਝਾ ਕੇ ਵਿਕਾਰਾਂ ਤੋਂ ਮੋੜ, ਗਲਤ ਪਾਸਿਓਂ ਮੋੜ। ਗੁਰੂ ਕਿਰਪਾ ਕਰੇ ਜੀ। ਕਬੀਰ ਜੀ ਨੇ ਇਸ ਸ਼ਬਦ ਅੰਦਰ ਬੜੀ ਪਿਆਰੀ ਸਾਡੇ ਸਾਹਮਣੇ ਵਿਚਾਰ ਰੱਖੀ ਹੈ। ਕਬੀਰ ਜੀ ਇਹੀ ਗੱਲ ਕਹਿ ਰਹੇ ਨੇ,